श्री वाहेगुरु साहिब जी। तेरी शरण मेरे दीन दयाला, सुख सागर मेरे गुरु गोपाला। कर कृपा नानक गुण गावे, राखो शरम असाड़ी जियो। कवन वडाई कह सकूं, बेअंत गुनीता। कर कृपा मोहे नाम देहो, नानक दर सरिता। सतनाम श्री वाहिगुरु साहिब जी। कंधी उते रुखड़ा, किचरक बन्नै तीर। हरिदा कच्चे भांडे रखिए, किचर ताई नीर। हरिदा महल निसखण रह गए, वासा आया तल। गोरा से निमाणिया, बहसन रूहां मल। आखी शेखा बंदगी, चलन अज के कल। आखी शेखा बंदगी, चलन अज के कल। वाहिगुरु जी का खालसा, वाहिगुरु जी की फतेह। जुग हूँ जुग अटल, शब्द गुरु बाणी के बोहित। धन धन साहिब श्री गुरु ग्रंथ साहब महाराज जी दी पावन पवित्र हजूरी विच जुड़ बैठ के साहिबां दी वडियाई करन दा सुभाग समा प्राप्त होया है। बाबा फरीद साहब जी ने अपनी बाणी दे राहीं सारी मानवता नूं
ਜਗਾਇਆ ਹੈ ਅਤੇ ਇਹ ਬਾਣੀ ਅੱਜ ਵੀ ਸਾਰੀ ਮਾਨਵਤਾ ਨੂੰ ਜਗਾ ਰਹੀ ਹੈ। ਬਾਬਾ ਫਰੀਦ ਜੀ ਨੇ ਵੱਖ-ਵੱਖ ਉਦਾਹਰਨਾਂ ਦੇ ਕੇ ਇਸ ਸਰੀਰ ਦੀ ਅਸਲੀਅਤ ਤੋਂ ਸਾਨੂੰ ਜਾਣੂ ਕਰਾਇਆ ਹੈ। ਇਸ ਸਰੀਰ ਦੀ ਕਿਤਨੀ ਕੁ ਅਹਿਮੀਅਤ ਹੈ ਔਰ ਇਸ ਸਰੀਰ ਨੂੰ ਕੱਚੇ ਭਾਂਡੇ ਦੀ ਤੁਲਨਾ ਦੇ ਕੇ ਸਮਝਾ ਰਹੇ ਹਨ ਕਿ ਜਿਵੇਂ ਕੱਚੇ ਭਾਂਡੇ ਵਿੱਚ ਕਿੰਨਾ ਚਿਰ ਪਾਣੀ ਠਹਿਰ ਸਕਦਾ ਹੈ, ਇਸ ਤਰ੍ਹਾਂ ਹੀ ਇਹ ਸਰੀਰ ਵੀ ਸੰਸਾਰ ਵਿੱਚ ਕਿੰਨਾ ਕੁ ਸਮਾਂ ਰਹਿ ਸਕਦਾ ਹੈ। ਅਤੇ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਜਿਨ੍ਹਾਂ ਘਰਾਂ ਦਾ ਤੂੰ ਮਾਣ ਕਰਦਾ ਹੈ, ਰਹਿੰਦਾ ਹੈ, ਜਿਸ ਦੇ ਨਾਲ ਪਰਮਾਤਮਾ ਦਾ ਸੱਦਾ ਆ ਜਾਂਦਾ ਹੈ ਤੇ ਉਹ ਮਹਿਲ ਜਿਹੜੇ ਨੇ ਉਹ ਨਿਖਸਵੇਂ ਰਹਿ ਜਾਂਦੇ ਹਨ, ਜਿਨ੍ਹਾਂ ਦਾ ਤੂੰ ਮਾਲਕ ਬਣਿਆ ਹੋਇਆ ਫਿਰਦਾ ਸੀ। ਉਹ ਸਾਰੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਵੱਡੇ ਵੱਡੇ ਮਹਿਲ ਉਸਾਰੇ, ਖਿਆਲ ਕਰਨਾ ਅੱਜ ਉੱਥੇ ਕੋਈ ਵਸਦਾ ਨਹੀਂ, ਸਗੋਂ ਲੋਕਾਂ ਦੀ ਪ੍ਰਦਰਸ਼ਨੀ ਦੇ ਕੇਂਦਰ ਬਣੇ ਹੋਏ ਨੇ, ਕਬਰਗਾਹ ਬਣੇ ਹੋਏ ਨੇ। ਸੋ ਆਓ ਜਿਹੜੀ ਵਿਚਾਰਧਾਰਾ ਬਾਬਾ ਜੀ ਸਾਨੂੰ ਸਮਝਾ ਰਹੇ ਹਨ, ਇਸ ਪਾਵਨ ਵਿਚਾਰ ਨਾਲ ਸਾਰਿਆਂ ਨੇ ਜੁੜਨਾ ਹੈ। ਜਿਤਨੀਆਂ ਵੀ ਸੰਗਤਾਂ ਇਹ ਪ੍ਰੋਗਰਾਮ ਦੇਖ ਰਹੀਆਂ ਹਨ, ਯਤਨ ਕਰਿਆ ਕਰੋ ਕਿ ਵੱਧ ਤੋਂ ਵੱਧ ਗੁਰਮਤਿ ਦੇ ਪ੍ਰਚਾਰ ਲਈ ਅਸੀਂ ਚੱਲ ਰਹੇ ਜਿਹੜੇ ਗੁਰਮਤਿ ਸਮਾਗਮ ਗੁਰਦੁਆਰਿਆਂ ਵਿੱਚ ਜਿਨ੍ਹਾਂ ਨੂੰ ਵੀ ਅਸੀਂ ਅਟੈਂਡ ਕਰਦੇ ਹਾਂ, ਉਹਨਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਗੁਰੂ ਸਾਹਿਬ ਜੀ ਦੇ ਘਰ ਦੀ ਜਿਹੜੀ ਵਿਚਾਰਧਾਰਾ ਹੈ ਉਹ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਤੇ ਸੰਗਤਾਂ ਉਸ ਵਿਚਾਰਧਾਰਾ ਦਾ ਲਾਭ ਲੈ ਸਕਣ। ਔਰ ਕਈ ਵਾਰੀ ਐਸਾ ਹੁੰਦਾ ਕਿ ਮਨੁੱਖ ਆਪ ਸ਼ੇਅਰ ਕਰਕੇ ਕਿਸੇ ਹੋਰ ਕੰਮ 'ਚ ਲੱਗ ਜਾਂਦਾ ਹੈ, ਦੇਖਣ ਦਾ ਉਹਨੂੰ ਵਕਤ ਨਹੀਂ ਮਿਲਦਾ, ਪਰ ਉਹਦੇ ਨਾਲ ਜੁੜੇ ਹੋਏ ਹੋਰ ਬੇਅੰਤ ਲੋਕ ਜਿਹੜੇ ਨੇ ਉਸ ਵਿੱਚੋਂ ਕਈ ਵਾਰੀ ਉਹਨਾਂ ਕੋਲ ਸਮਾਂ ਹੁੰਦਾ ਹੈ, ਉਹ ਲਾਹ ਲੈ ਲੈਂਦੇ ਹਨ। ਇਸ ਕਰਕੇ ਜੋ ਕੁਦਰਤ ਨੇ ਸਾਨੂੰ ਇਹ ਸਹੂਲਤਾਂ ਦਿੱਤੀਆਂ ਨੇ, ਇਹਨਾਂ ਨੂੰ ਸਹੀ ਪਾਸੇ ਵਰਤੀਏ ਔਰ ਇਹਨਾਂ ਦਾ ਸਹੀ ਪ੍ਰਯੋਗ ਕਰੀਏ। ਆਓ ਇਸ ਵਿਚਾਰ ਨਾਲ ਜੁੜਦੇ ਹਾਂ। ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਸਾਹਿਬ ਨੇ ਆਪਣੀ ਬਾਣੀ ਦੇ ਰਾਹੀਂ ਬਾਰ-ਬਾਰ ਨਾਸਵਾਨਤਾ ਦੀ ਗੱਲ ਕੀਤੀ ਹੈ ਕਿ ਸਰੀਰ ਨੇ ਇੱਕ ਦਿਨ ਨਾਸ਼ ਹੋ ਜਾਣਾ ਹੈ, ਇਸ ਜੀਵਨ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਇਸ ਕਰਕੇ ਬਾਬਾ ਫਰੀਦ ਜੀ ਨੇ ਪਿਛਲੀ ਵਿਚਾਰਧਾਰਾ ਵਿੱਚ ਵੀ ਸਾਨੂੰ ਸਮਝਾਇਆ ਕਿ ਜੇ ਤੂੰ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਹੋਣਾ ਚਾਹੁੰਦਾ ਹੈ ਔਰ ਤੈਨੂੰ ਇਹ ਧੁਨ ਲੱਗੀ ਹੋਈ ਹੈ, ਤੈਨੂੰ ਇਹ ਫਿਕਰ ਪਿਆ ਹੈ ਕਿ ਸਰੀਰ ਦਾ ਮਰਨ ਦਾ ਸਮਾਂ ਤਾਂ ਨੇੜੇ ਆ ਰਿਹਾ, ਪਰ ਅਜੇ ਵੀ ਮੈਂ ਪ੍ਰਭੂ ਵਿੱਚ ਲੀਨ ਨਹੀਂ ਹੋਇਆ, ਪਰਮੇਸ਼ਰ ਦੇ ਨਾਲ ਸਾਂਝ ਨਹੀਂ ਪਈ। ਫਿਰ ਬਾਬਾ ਫਰੀਦ ਜੀ ਨੇ ਸਮਝਾਇਆ ਸੀ, ਇੱਕ ਕੰਮ ਕਰ, ਆਪਣੇ ਹੱਥਾਂ ਦੇ ਨਾਲ ਆਪ ਹੀ ਤੂੰ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ ਔਰ ਉਹ ਕੰਮ ਕਰ ਜਿਹੜੇ ਕੰਮ ਤੈਨੂੰ ਪ੍ਰਭੂ ਨੇ ਕਿਹਾ ਮੇਰੇ ਤੱਕ ਪਹੁੰਚਾ ਦੇਣਗੇ,
ਉਹ ਕੰਮ ਜੀਵਨ ਵਿੱਚ ਕਰ। ਔਰ ਉਹਨਾਂ ਕੰਮਾਂ ਨੂੰ ਕਰਦੇ ਕਰਦੇ ਜਿਸ ਦਿਨ ਤੂੰ ਮੇਰਾ ਬਣ ਗਿਆ, ਉਸ ਦਿਨ ਇਹ ਜਗਤ, ਇਹ ਸੰਸਾਰ ਤੇਰਾ ਬਣ ਜਾਵੇਗਾ। ਪਰ ਬਾਬਾ ਫਰੀਦ ਜੀ ਕਹਿ ਰਹੇ ਨੇ ਇਹ ਕੰਮ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਹੀ ਹੋ ਸਕਦਾ ਹੈ। ਪਰ ਖਿਆਲ ਕਰਨਾ, ਹੁਣ ਮੌਤ ਦਾ ਪਤਾ ਨਹੀਂ ਕਿ ਉਹ ਕਦੋਂ ਆਉਣੀ ਹੈ, ਬਚਪਨ ਵਿੱਚ, ਜਵਾਨੀ ਵਿੱਚ ਜਾਂ ਬੁਢੇਪੇ ਵਿੱਚ। ਇਸ ਗੱਲ ਦੀ ਕਿਸੇ ਨੂੰ ਸੋਝੀ ਨਹੀਂ ਹੈ, ਇਸ ਗੱਲ ਦੀ ਕਿਸੇ ਨੂੰ ਸਮਝ ਨਹੀਂ ਹੈ। ਕਿਉਂਕਿ ਜਦੋਂ ਮੌਤ ਦੇ ਫਰਿਸ਼ਤੇ ਨੇ ਆਉਣਾ ਹੈ, ਮੌਤ ਦਾ ਸੱਦਾ ਆਉਣਾ ਹੈ, ਬਾਬਾ ਫਰੀਦ ਜੀ ਕਹਿੰਦੇ ਉਸ ਵੇਲੇ ਉਸਨੇ ਨਹੀਂ ਵੇਖਣਾ ਕਿ ਤੇਰੀ ਆਰਜ਼ਾ ਕੀ ਹੈ, ਤੇਰੀ ਉਮਰ ਕੀ ਹੈ। ਹੇ ਮਨੁੱਖ, ਤੇਰੀ ਹਾਲਤ ਇਸ ਤਰ੍ਹਾਂ ਦੀ ਹੈ, ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ। ਜਿਵੇਂ ਨਦੀ ਦੇ ਕਿਨਾਰੇ ਤੇ ਉੱਗਾ ਹੋਇਆ ਜਿਹੜਾ ਰੁੱਖ ਹੈ, ਉਹ ਵਿਚਾਰਾ ਕਿੰਨਾ ਕੁ ਚਿਰ ਧਰਵਾਸ ਬਣੇਗਾ। ਕਿਉਂਕਿ ਜਿਸ ਦਿਨ ਪਾਣੀ ਨੇ ਆਪਣੇ ਜੋੜ ਦੇ ਨਾਲ ਜਦੋਂ ਨਦੀ ਦੇ ਕੰਢਿਆਂ ਨੂੰ ਭੰਨਣਾ ਹੈ, ਤੋੜਨਾ ਹੈ, ਤੇ ਜਿੱਥੇ ਕਿ ਨਦੀ ਦੇ ਕੰਢੇ ਜਿਹੜੇ ਨੇ ਉਹ ਪਾਣੀ ਭੰਨ ਦਿੰਦਾ ਹੈ, ਤੋੜ ਦਿੰਦਾ ਹੈ, ਤੇ ਨਾਲ ਨਾਲ ਉਸ ਕੰਢੇ ਤੇ ਖਲੋਤਾ ਹੋਇਆ ਰੁੱਖ ਵੀ ਨਾਲ ਹੀ ਉਸ ਪਾਣੀ ਦੀ ਭੇਟ ਚੜ੍ਹ ਜਾਂਦਾ ਹੈ, ਪਾਣੀ ਉਸਨੂੰ ਰੋੜ ਕੇ ਲੈ ਜਾਂਦਾ ਹੈ। ਔਰ ਸੱਚ ਜਾਣਨਾ, ਇਸ ਤਰ੍ਹਾਂ ਹੀ ਮੌਤ ਹੈ। ਜਿਸ ਦਿਨ ਮੌਤ ਨੇ ਆਉਣਾ ਹੈ, ਉਸ ਦਿਨ ਇਸ ਤੇਰੇ ਜੀਵਨ ਨੂੰ ਉਹ ਖਤਮ ਕਰਕੇ ਚਲੀ ਜਾਏਗੀ। ਇੱਕ ਵਿਦਵਾਨ ਨੇ ਬੜੇ ਸੋਹਣੇ ਵਚਨ ਇਸ ਪ੍ਰਤਾਏ ਕੀਤੇ, ਆਖਣ ਲਗੇ ਕਿ ਆਦਮੀ ਕਾ ਜਿਸਮ ਕਿਆ ਹੈ, ਜਿਸ ਪੇ ਸੈਦਾ ਹੈ ਜਹਾਂ। ਮਨੁੱਖ ਦਾ ਜਿਸਮ ਕੇਵਲ ਮਿੱਟੀ ਹੈ। ਪਰਮਾਤਮਾ ਨੇ ਮਿੱਟੀ ਨੂੰ ਇਕੱਠੇ ਕਰਕੇ ਇੱਕ ਪੁਤਲਾ ਤਿਆਰ ਕੀਤਾ ਹੈ ਔਰ ਇਸ ਵਿੱਚ ਜਿੰਦ ਟਿਕਾਈ ਹੈ। ਪਰ ਮਨੁੱਖ ਐਸੇ ਚਲਦੇ ਫਿਰਦੇ ਮਿੱਟੀ ਦੇ ਪੁਤਲੇ ਨੂੰ ਇਸ ਤਰ੍ਹਾਂ ਸਮਝ ਲੈਂਦਾ ਜਿਵੇਂ ਕੋਈ ਪੱਕਾ ਭਾਂਡਾ ਹੁੰਦਾ ਹੈ, ਔਰ ਇਸ ਸਰੀਰ ਦੇ ਉੱਤੇ ਫਿਰ ਮਾਣ ਕਰਨਾ ਸ਼ੁਰੂ ਕਰ ਦਿੱਤਾ, ਮੇਰਾ ਸਰੀਰ, ਮੇਰਾ ਸਰੀਰ, ਮੇਰਾ ਤਨ। ਔਰ ਇਸ ਸਰੀਰ ਦੇ ਮਾਣ ਕਰਕੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਸਵਾਰਨ ਵਾਲਾ ਇਹ ਕੋਈ ਕਾਰਜ ਨਹੀਂ ਕਰਦਾ। ਇਸ ਕਰਕੇ ਉਸ ਵਿਦਵਾਨ ਨੇ ਬੜੇ ਪਿਆਰੇ ਵਚਨ ਕੀਤੇ, ਭਾਵਪੂਰਤ ਵਚਨ ਨੇ, ਕਹਿੰਦਾ ਹੈ आदमी का जिस्म क्या है जिसमें सैदा जिस पे सैदा है जहाँ। ਇਹ ਜਾਨ ਇਸ ਸਰੀਰ ਦੇ ਉੱਤੇ ਸਦਾਈ ਹੋਇਆ ਫਿਰਦਾ ਹੈ ਕਿ ਮੇਰਾ ਸਰੀਰ। ਤੁਸੀਂ ਦੇਖੋ ਨਾ, ਬੰਦਾ ਕਹਿੰਦਾ ਮੈਨੂੰ ਕੁਝ ਕਹਿ ਕੇ ਵਿਖਾਓ, ਮੇਰਾ ਕੁਝ ਕਰਕੇ ਵਿਖਾਓ, ਤੁਹਾਡੇ ਵਿੱਚ ਹੈ ਕੋਈ ਤਾਕਤ? ਬੰਦਾ ਆਪਣੇ ਸਰੀਰ ਦਾ ਐਡਾ ਮਾਣ ਕਰਦਾ ਹੈ, ਐਡਾ ਹੰਕਾਰ ਕਰਦਾ ਹੈ, ਇਹ ਸਮਝਦਾ ਵੀ ਹੁਣ ਮੈਨੂੰ ਇਹ ਸਰੀਰ ਮਿਲ ਗਿਆ ਔਰ ਇਸ ਨੇ ਖਤਮ ਥੋੜ੍ਹੀ ਹੋਣਾ, ਇਸ ਨੂੰ ਹੁਣ ਕੋਈ ਮਾਰ ਥੋੜ੍ਹੀ ਸਕਦਾ, ਐਦਾ ਕੋਈ ਕੁਛ ਵਿਗਾੜ ਥੋੜ੍ਹੀ ਸਕਦਾ। ਮਨੁੱਖ ਇਸ ਸਰੀਰ ਦਾ ਐਡਾ ਮਾਣ ਕਰਦਾ ਹੈ। ਔਰ ਗੁਰਬਾਣੀ ਨੇ ਗੱਲ ਸਾਡੇ ਸਮਕਸ਼ ਰੱਖੀ ਹੈ ਕਿ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੋ ਠਣਕਾ। ਇਸ ਭਾਂਡੇ ਦਾ ਕੋਈ ਵਿਸ਼ਵਾਸ ਨਹੀਂ ਕਦੋਂ ਇਹ ਟੁੱਟ ਜਾਏ। ਨਾਲ ਬੰਦੇ ਕੋਲ ਇਹ ਸਰੀਰ ਹੈ, ਨਾਲ ਇਸ ਸਰੀਰ ਨਾਲ ਧਨ ਕਮਾ ਲਿਆ ਤੇ ਮਨੁੱਖ ਹੋਰ ਚੌੜਾ ਹੋ ਜਾਂਦਾ ਹੈ। ਇੱਕ ਤੇ ਸਰੀਰ ਦਾ ਮਾਣ ਹੈ ਤੇ ਨਾਲ ਧਨ, ਚਾਰ ਪੈਸੇ ਇਕੱਠੇ ਕਰ ਲਏ ਸਰੀਰ ਨਾਲ, ਤੇ ਇਹ ਧਨ ਦਾ ਵੀ ਨਾਲ ਮਾਣ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਕਬੀਰ ਸਾਹਿਬ ਨੇ ਬੜੇ ਪਿਆਰੇ ਵਚਨ ਕੀਤੇ, ਕਹਿੰਦੇ ਨੇ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਣਕਾ,
आगे को कुछ तुल्हा बांधो क्या भरवासा धन का। अगे वास्ते कोई तुल्हा कोई बेड़ा तैयार कर ले भाई, इस धन का कोई भरोसा नहीं, अज है हो सकता कल ना रहे। वैसे भी इस धन ने उस परमात्मा के घर भी तक काम नहीं आना। कई बारी बंदे कोल देखो पैसा हुंदा है, धन हुंदा है, पदार्थ हुंदे ने, वो दवाई लै सकदा जे शरीर नूं कोई बीमारी लग गई, पर ख्याल करना जे परमात्मा की मेहर नहीं तो उसकी दवाइयां नाल भी ये शरीर ठीक नहीं हो सकता। एक विद्वान ने होर बड़े प्यारे वचन कीते, कहते जो बात दवा से बन ना सके वो बात दुआ से होती है। कई बार शरीर नूं रोग लग जाए ना तो दवाई कम नहीं करती, सारियां दवाइयां फेल हो जांदियां, सारे डॉक्टर फेल हो जाते हैं। सारियां दवाइयां लाने तो बाद वैद डॉक्टर कहते हैं भी साडे हत्थ विच कुछ नहीं है। असी अपने सारियां दवाइयां वरत के वेख लईयां, सारियां जुगतियां वरत लईयां, पर आखिरकार वो हत्थ खड़े कर जाते हैं। वो विद्वान ने बड़े प्यारे वचन किए, कहने लगा जो बात दवा से बन ना सके वो बात दुआ से होती है। वो रोग कई बारी दुआ करन दे नाल ठीक हो जाता है, अरदास करन दे नाल ठीक हो जाता है, बेनती करन दे नाल ठीक हो जाता है। पर गुस्ताखी मुआफ बंदे दा जब तब चाहिए अरदास वास्ते। अरदास उदों ही कबूल होंदी है रब दे घर विच जदों कोई जन बन के सेवक बन के करे, जे पर जिंद बन के कोई कर रहा है। माया दे हंकार च दत्या होया मनुख अरदास करे, माफ करना उसकी अरदास भी प्रवान नहीं थे। दवाई तो प्रवान होई नहीं उसकी, दवाई ने तो कोई रोग ठीक नहीं किया, तो नाल उसकी अरदास भी प्रवान नहीं, क्योंकि माया च रत्या होया अरदास तो प्रवान हुंदी है परमात्मा के दर ते। क्योंकि सतगुरु ने बाणी च बड़ा स्पष्ट कहा, विरथी कदे न होवे जन की अरदास, नानक जोर गोबिंद का पूरन गुणतास। उत्थे अरदास प्रवान हुंदी, पर कोई जन बन के अरदास करे, भगत बन के अरदास करे, मंजूरता हुंदी है। एक विद्वान ने कहा, खुदा मंजूर करता है दुआ जब दिल से होती है, मुश्किल तो ये है बड़ी मुश्किल से होती है। हुण अरदास जिहड़ी है ना वो प्रवान करता है खुदा परमात्मा, पर दिल तो होवे, पर दिल नाल दुआ करनी बड़ी औखी है। क्योंकि धन पदार्थ शरीर का मान ये सानू दिल दे नेड़े नहीं जाण दिंदे। पदार्थां दे दा ही मान एडा मनुख नूं हो जाता है कि उस दे विच ही हंकारी हो जाता है। इस करके विद्वान ने जिहड़े वचन कीते, कहंदे ने जो बात दवा से बन ना सके वो बात दुआ से होती है, जब मुरसद कामल मिलता है तो बात खुदा से होती है। कामल मुरसद मिल जाए तो खुदा दे नाल गलबात हो जाती है। पर ख्याल करना मनुख कामल मुरसद दे जोगा ते बनना पैना है, पर मनुख तो अपने तन विच ते धन विच सदाई है। जिहड़ी गल मैं शुरू की सी, उस विद्वान ने क्या कहंदे, आदमी का जिस्म क्या है जिस पे सैदा है जहां। मनुख का जिस्म की है, पर मनुख अपने तन दे उत्ते बड़ा मान करदा है, अहंकार करदा है। मनुख इस तन दे उत्ते सदाई होया फिरदा है। वो विद्वान कहंदा है की है पता, तेरे तन की हालत की है, तेरे तन की ताकत की है। कहंदे एक मिट्टी की इमारत एक मिट्टी का मका। कहंदे ये जिहड़ा तेरा तन है ना भाई, एक मिट्टी की इमारत है, एक मिट्टी का मकान है। होर की है दस भी, जिस तन दे उत्ते एडा तू मान करदा है, एक मिट्टी की ये इमारत है, ये मिट्टी का मकान है। खून इसमें गारा है और ईंटें इसमें हड्डियां। जिमें कि पुरातन समय विच कंध बनाई जाती सी, मकान बनाए जाते सन ते गारे नाल बनते सन, अजकल सीमेंट नाल बनते ने। वो विद्वान कहंदा तेरे शरीर की जो नींह रखी गई, तेरा जिहड़ा शरीर रूपी ये मकान बनया है, इस मकान दे अंदर, इस शरीर दे अंदर की है, जिहड़ा लहू है, खून है, ये गारे की थां ते बढ़ते हैं।
ईटे इसमें हड्डियाँ, और ਜਿਹੜੀਆਂ ਇੱਟਾਂ ਨੇ ਜੋ ਮਕਾਨ ਦੀ ਉਸਾਰੀ ਵਿੱਚ ਲੱਗਦੀਆਂ ਨੇ ਉਹ ਤੇਰੀਆਂ ਹੱਡੀਆਂ ਨੇ। ਇਸ ਨੂੰ ਭਗਤ ਰਵਿਦਾਸ ਜੀ ਨੇ ਇਸ ਤਰ੍ਹਾਂ ਕਿਹਾ, ਜਲ ਕੀ ਭੀਤ ਪਵਨ ਕਾ ਥੰਬਾ, ਰਗਤ ਬੂੰਦ ਕਾ ਗਾਰਾ, हाड मास नाड़ी को पिंजर, पंखी वसै विचारा, प्राणी क्या मेरा क्या तेरा, जैसे तरवर पंख वसेरा। बस ले इतनी जी गल है। बस एक रात दे पराहुणे सी पंछी की तरह, तो वह विद्वान कहता कि मनुख इस शरीर के उत्ते एडा सदाई है, एडा मान करता है, पर इसनों पता नहीं कि एक नदी के किनारे ते कंडे ते उग्या होया रुख दी न्याई है शरीर। जिमें पानी ने तेज प्रभाव विच आउणा, कंडियां नूं खार देना, तोड़ देना, भन देना, ते जिहड़ा रुख है उसनूं भी नाल ही उसने लै जाना रोड़ के। इस तरह मौत जदों आउंदी है वो भी साडे शरीर नूं इस तरह ही लै जांदी। ते उस विद्वान दे अगले वचन ने फिर दोबारा दोहरावां, गल पकड़ विच आवेगी। वो आखदा है, आदमी का जिस्म क्या है जिस पे सैदा है जहाँ, एक मिट्टी की इमारत एक मिट्टी का मकान, खून इसमें गारा है और ईंटें इसमें हड्डियाँ, चंद सुआसों पर खड़ा है एक ख्याली आसमां। ख्यालों का जिहड़ा आसमान है ना, चंद सुआस ने, असी ख्यालों दे विच बड़े बड़े जिमीदार बन जाते हैं, बड़े बड़े महलों के मालक बन जाते हैं, ख्यालों में असी पता नहीं की कुछ बन जाते, कितनी बड़ी बड़ी पदवियां असी ख्यालों में ही सोच लैंदे। बंदे दे अंदर इस तरह चलता, मैं वो कर लवांगा, मैं वो काम करांगा, मैं इदा करांगा, मैं ये करांगा, मैं वो करांगा। ये मनुख की हालत है। ख्यालों के विच ही बहुत कुछ सोच लैंदा बंदा, भावें रियल दे विच जिंदगी च होवे भावें ना होवे, पर ख्यालों की नगरी बना लैंदा मनुख। वो कहंदे चंद सुआसों पर खड़ा है ख्याली आसमां, कहंदे मौत की पुरजोर हनेरी जब इससे टकराएगी। कहंदे मौत की तेज हनेरी जदों इस शरीर रूपी इस किले नूं, इस मकान नूं टकराएगी ना, मौत की हनेरी ने आउणा है। जिवें कि नदी विच पानी बाड़ के रूप में आ जाता है, तो कंडियां ते लग्या होया रुख, वो बाड़ जिहड़ी है उस रुख नूं पुट के लै जाती है, अपने नाल ही बहा के लै जाती है। इस तरह ही ये शरीर है। मौत की पुरजोर हनेरी जब इससे टकराएगी, देख लेना ये इमारत चूर चूर हो जाएगी। जब मौत की हनेरी ने आना, इस इमारत ने, इस शरीर रूपी मकान ने चूर चूर हो जाना। वो गल कर रहे हैं बाबा फरीद जी, आखन लगे, कंदी उत्ते रुखड़ा किचरक बन्ने तीर। कहते नदी के किनारे के कंडे ते उगा होया विचारा रुख कितना कुछ चिर धरवास बनेगा, कितना कुछ चिर खड़ा रहेगा, क्योंकि एक ना एक दिन तो उसने नदी के किनारे ते लग्या होया, ते उस नदी के प्रभाव विच रुड़ी जाना है। और गल करना, इस शरीर नूं कोई रोक नहीं सकता। और परमात्मा ने यह भी नहीं वेखना कि इस शरीर दे जी कितने ने। एक वजीद कवि होया, उसने बड़ी प्यारी रचना लिखी। वजीद कवि लिखता है, कहते एक ना दे घर पुत एक ना घर पोतरे, भी जिन्हां दे घर पुत सन अगे पोतरे हो गए। एक ना दे घर पुत पुतां घर पोतरे, एक ना दे घर धीआं धीआं घर दोतरे, एक ना दे घर विच केवल धीआं ही सन अगे उन्हां दे दोतरे सन। और वो कहंदा एक ना दे घर एक ना दे घर विच इक्को ही बंदा है, वो भी जाए मर, वजीदा कौन साहिब नूं आखे इंज ना इंज कर। रब नूं कौन कवे भी रब इदां नहीं इदां करना सी, भी तू ये रुख क्यों पुट लिया जे, ये रुख तां अजे छोटा सी, ये तां कल्ला ही सी। प्यार वाले सच जानना, जिसना मौत ने आना है उसने ना ये वेखना ये बंदा कल्ला है, ना वेखना इसका परिवार कितना है, ऐदियां केड़ी केड़ी जिम्मेवारियां ने, कुछ नहीं देखना मौत ने। किसी भुलेखे च ना रहना। बंदा अक्सर कही दिंदा मैं अपने बच्चों की
ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਜੀ। ਉਹ ਪਤਾ ਨਹੀਂ ਪਿਆਰਿਆ, ਜ਼ਿੰਮੇਵਾਰੀਆਂ ਪਤਾ ਨਹੀਂ ਪੂਰੀਆਂ ਹੋਣੀਆਂ ਕਿ ਨਹੀਂ ਹੋਣੀਆਂ, ਇਹ ਤਾਂ ਵਾਹਿਗੁਰੂ ਜੀ ਜਾਣੇ। ਪਰ ਇੱਕ ਜ਼ਿੰਮੇਵਾਰੀ ਜ਼ਰੂਰ ਹੈ ਕਿ ਸਰੀਰ ਰੂਪੀ ਭਾਂਡੇ ਨੇ ਟੁੱਟਣਾ ਜ਼ਰੂਰ ਹੈ, ਇਹ ਜ਼ਰੂਰ ਸਮਝ ਕੇ ਚੱਲੀ। ਤੇ ਜਿਹੜੀ ਜ਼ਿੰਮੇਵਾਰੀ ਤੇਰੀ ਅਸਲ ਸੀ ਉਹ ਤੂੰ ਭੁੱਲ ਕੇ ਬੈਠ ਗਿਆ, ਆਪਣਾ ਆਪ ਸਵਾਰਨਾ ਸੀ ਉਹ ਅਧੂਰਾ ਰਹਿ ਗਿਆ, ਸੰਸਾਰ ਦੀ ਜ਼ਿੰਮੇਵਾਰੀਆਂ ਤੂੰ ਸੰਭਾਲਦਾ ਰਹਿ ਗਿਆ। ਕਿਉਂਕਿ ਇਹ ਸਰੀਰ ਰੂਪੀ ਭਾਂਡੇ ਨੂੰ ਕਹਿਣ ਲੱਗੇ ਬਾਬਾ ਫਰੀਦ ਜੀ, ਕਹਿੰਦੇ ਨੇ ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਹੇ ਫਰੀਦ, ਕੱਚੇ ਭਾਂਡੇ ਵਿੱਚ ਪਾਣੀ ਕਿੰਨਾ ਕੁ ਚਿਰ ਰੁਕ ਸਕਦਾ ਹੈ? ਕਿਉਂਕਿ ਭਾਂਡਾ ਕੱਚਾ ਹੋਵੇ, ਮਿੱਟੀ ਦਾ ਹੋਵੇ। ਤੁਸੀਂ ਵੇਖੋ ਕਿ ਮਿੱਟੀ ਦਾ ਭਾਂਡਾ ਗਰਮੀਆਂ ਦੇ ਦਿਨ ਹੋਣ, ਤੁਸੀਂ ਅੱਜ ਘੜਾ ਭਰ ਕੇ ਆ ਜਾਓ, ਭਾਵੇਂ ਕੋਈ ਉਸ ਵਿੱਚੋਂ ਪਾਣੀ ਨਾ ਵੀ ਕੱਢੇ ਤੇ 3-4 ਦਿਨਾਂ ਬਾਅਦ ਉਸ ਘੜੇ ਦਾ ਪਾਣੀ ਆਪੇ ਸੁੱਕ ਜਾਣਾ। ਇਸ ਕਰਕੇ ਗੁਰੂ ਸਾਹਿਬ ਜੀ ਆਖ ਰਹੇ ਨੇ ਵੀ ਇਸ ਭਾਂਡੇ ਦੇ ਵਿੱਚ ਤੇਰੇ ਸਵਾਸ ਮਿੱਠੇ ਹੋਏ ਨੇ, ਔਰ ਇਸ ਭਾਂਡੇ ਦੇ ਸਵਾਸ ਇੱਕ ਦਿਨਾਂ ਜਿਹੜੇ ਨੇ ਉਹ ਖਤਮ ਹੋ ਜਾਣੇ ਨੇ। ਕੱਚੇ ਭਾਂਡੇ ਦੇ ਵਿੱਚ ਪਏ ਹੋਏ ਜਿਹੜਾ ਪਾਣੀ ਹੈ ਉਹ ਕਿੰਨਾ ਚਿਰ ਉੱਥੇ ਰੁਕ ਸਕਦਾ? ਆਖਿਰ ਉਹ ਪਾਣੀ ਉਸ ਕੱਚੇ ਭਾਂਡੇ ਨੇ ਛਕੀ ਜਾਣਾ ਨਾ। ਕੱਚਾ ਭਾਂਡਾ ਜਿਹੜਾ ਹੈ ਨਾ ਉਹ ਸੋਕ ਲੈਂਦਾ ਪਾਣੀ ਨੂੰ। ਤਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਓਦ ਵਿਹਾਤ ਹੈ ਫੁੱਟੇ ਘਟ ਜੋ ਪਾਣੀ। ਮਹਾਰਾਜ ਕਹਿੰਦੇ ਛਿਨ ਛਿਨ ਓਦ ਉਮਰ ਬਤੀਤ ਹੁੰਦੀ ਜਾ ਰਹੀ ਹੈ, ਜਿਵੇਂ ਘੜਾ ਟੁੱਟਿਆ ਹੋਵੇ ਥੋੜ੍ਹਾ ਬਹੁਤ, ਉਹਦੇ ਵਿੱਚੋਂ ਪਾਣੀ ਸਾਰਾ ਰਿਸ ਜਾਂਦਾ। ਇਸ ਤਰ੍ਹਾਂ ਤੇਰੇ ਸਰੀਰ ਦੇ ਤਾਂ 9 ਦਰਵਾਜ਼ੇ ਨੇ, 10ਵਾਂ ਗੁਪਤ ਹੈ, ਇਹਨਾਂ ਵਿੱਚੋਂ ਰੋਜ਼ ਸਵਾਸ ਬਾਹਰ ਜਾ ਰਹੇ ਨੇ, ਅੰਦਰ ਜਾ ਰਹੇ ਨੇ। ਤੇਰਾ ਵੀ ਜਿਹੜਾ ਪਾਣੀ ਹੈ ਉਹ ਮੁੱਕਦਾ ਜਾ ਰਿਹਾ ਹੈ, ਤੇਰੇ ਸਵਾਸ ਵੀ ਘਟਦੇ ਜਾ ਰਹੇ ਨੇ। ਔਰ ਕਿੰਨਾ ਚਿਰ ਸਰੀਰ 'ਚ ਰਹਿ ਸਕਦੇ ਨੇ, ਕਿੰਨੇ ਕੁ ਸਾਲ ਜੀ ਸਕਦਾ? ਆਖਿਰਕਾਰ ਇੱਕ ਦਿਨ ਤੇ ਉਹ ਆਵੇਗਾ ਨਾ ਜਿਸ ਦਿਨ ਅਸੀਂ ਸੰਸਾਰ ਨੂੰ ਛੱਡ ਕੇ ਜਾਣਾ। ਇੱਥੇ ਤਾਂ ਉਹ ਵੀ ਚਲੇ ਗਏ। ਮਹਾਰਾਜ ਕਹਿੰਦੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੂ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਕਬੀਰ ਸਾਹਿਬ ਕਹਿੰਦੇ ਨੇ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ 4 ਕੋ ਪੇਖਣਾ ਅੰਤ ਖੇ ਕੀ ਖੇ। ਅੰਤ ਇੱਕ ਮਿੱਟੀ 'ਚ ਹੀ ਮਿਲੇਗੀ, ਇਸਨੇ ਨਾਸ ਹੋ ਜਾਣਾ ਹੈ। ਮਨੁੱਖ ਪਰ ਸੱਚ ਜਾਣਨਾ ਇਸ ਸਰੀਰ ਦਾ ਬੜਾ ਮਾਣ ਕਰਦਾ ਹੈ। ਸਰੀਰ ਵਿੱਚੋਂ ਸਵਾਸ ਮੁੱਕਦੇ ਜਾ ਰਹੇ ਨੇ, ਔਰ ਕੋਈ ਭਰੋਸਾ ਨਹੀਂ ਕਿ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਦੇ ਬੜੇ ਪਿਆਰੇ ਬਚਨ। ਮਹਾਰਾਜ ਕਹਿੰਦੇ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ, ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੈ ਕਿ ਨਾ ਆਵੈ ਰਾਮ। ਧੰਨ ਗੁਰੂ ਰਾਮਦਾਸ ਪਿਤਾ ਕਹਿੰਦੇ ਸਿੱਖਾ, ਆਪਣੀ ਜਿੰਦ ਨੂੰ ਆਖਿਆ ਕਰ, ਹੇ ਮੇਰੀ ਜਿੰਦੇ, ਹਰੀ ਪਰਮਾਤਮਾ ਨੂੰ ਜਪਦਿਆਂ ਢਿੱਲ ਨਾ ਕਰ, ਅਵੇਸਲਾਪਨ ਨਾ ਕਰ। ਕਿਉਂਕਿ ਬੰਦਾ ਜਦੋਂ ਵੀ ਅਵੇਸਲਾ ਹੁੰਦਾ ਹੈ, ਮਾਫ ਕਰਨਾ, ਇਹ ਭਗਤੀ ਵਾਲੇ ਪਾਸਿਓਂ ਅਵੇਸਲਾ ਹੁੰਦਾ ਹੈ। ਜਦੋਂ ਵੀ ਜੀਵਨ ਦੇ ਵਿੱਚ ਉਸਦੇ ਗਿਰਾਵਟ ਆਉਂਦੀ ਹੈ, ਇਹ ਭਗਤੀ ਤੋਂ ਮੁਖ ਮੋੜਦਾ ਹੈ। ਜਦੋਂ ਵੀ ਇਹ ਸੁਣਦਾ ਹੈ, ਇਹ ਚੰਗੇ ਕੰਮ ਵਾਸਤੇ ਸੁਣਦਾ ਹੈ। ਮਾੜਾ ਕੰਮ ਤਾਂ ਬੰਦੇ ਨੂੰ ਅੱਧੀ ਰਾਤ ਆਖੋ ਨਾ ਤੇ ਮਹਾਰਾਜ ਕਹਿੰਦੇ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਮਾੜੇ ਕੰਮ ਵਾਸਤੇ ਉੱਠ ਪੈਂਦਾ, ਪਰ ਨਾਮ ਦੀ ਬੇਲਾ ਇਹ ਪੈ ਜਾਂਦਾ ਹੈ। ਕਹੇਗਾ ਮੇਰੇ ਕੋਲ ਉੱਠ ਹੀ ਨਹੀਂ ਹੁੰਦਾ, ਉੱਠੇਗਾ ਫਿਰ ਪੈ ਜਾਏਗਾ। ਔਰ ਮਾੜੇ ਕੰਮ ਵਾਸਤੇ ਇੱਕ ਵਾਰੀ ਉੱਠ ਪਿਆ ਤੇ ਦੁਬਾਰਾ ਨਹੀਂ ਸੁਣਦਾ ਹੈ। ਇਸ ਕਰਕੇ ਪੈ ਪੈ ਅੱਖਰ ਵਰਤਿਆ ਪਾਓ ਕਿ ਇੱਕ ਵਾਰੀ ਉੱਠ ਗਿਆ ਫਿਰ ਪੈ ਗਿਆ, ਕੋਈ ਨਹੀਂ ਥੋੜ੍ਹੀ ਦੇਰ ਬਾਅਦ ਉੱਠ ਕੇ ਨਿਤਨੇਮ ਕਰ ਲਵਾਂਗਾ, ਬਾਣੀ ਪੜ੍ਹ ਲਵਾਂਗਾ, ਪਾਠ ਕਰ ਲਵਾਂਗਾ। ਉੱਠਦਾ ਫਿਰ ਸੋ ਜਾਂਦਾ, ਉੱਠਦਾ ਫਿਰ ਸੋ ਜਾਂਦਾ। ਪਰ ਕੋਈ ਮਾੜੇ ਕੰਮ ਨੂੰ ਬੰਦੇ ਨੂੰ ਆ ਕੇ ਵੇਖੋ, ਇਹ ਮਾੜਾ ਕੰਮ ਕਰਨਾ, ਉਸ ਵੇਲੇ ਉੱਠ ਜਾਏਗਾ, ਦੁਬਾਰਾ ਪੈਂਦਾ ਨਹੀਂ। ਬਿਸਤਰੇ ਦੇ ਨਾਲ ਆਪਣੀ ਪਿੱਠ ਸਿੱਧੀ ਨਹੀਂ ਕਰਦਾ, ਫਿਰ ਬੁਰਾ ਕੰਮ ਕਰਨਾ ਹੋਵੇ ਉਸ ਵੇਲੇ ਤਿਆਰ ਰਹਿੰਦਾ। ਚੰਗੇ ਕੰਮ ਵਾਸਤੇ ਇਹਨੂੰ ਨਿੰਦਰ ਆ ਜਾਂਦੀ ਹੈ। ਇਸ ਕਰਕੇ ਬਾਬਾ ਫਰੀਦ ਜੀ ਆਖਦੇ ਨੇ ਵੀ ਤੇਰਾ ਸਰੀਰ ਰੂਪੀ ਜਿਹੜਾ ਇਹ ਭਾਂਡਾ ਹੈ ਨਾ, ਇੱਕ ਗੱਲ ਤਾਂ ਇਹ ਸਮਝ ਲੈ ਕਿ ਮਨੁੱਖ ਮੌਤ ਦੀ ਨਦੀ ਦੇ ਕੰਢੇ ਤੇ ਖਲੋਤਾ ਹੋਇਆ ਤੇ ਇਸ ਸਰੀਰ ਦੇ ਵਿੱਚੋਂ ਸਵਾਸ ਜਿਹੜੇ ਨੇ ਉਹ ਮੁੱਕਦੇ ਜਾ ਰਹੇ ਨੇ। ਇਹ ਕੱਚਾ ਭਾਂਡਾ ਹੈ। ਇਸ ਕਰਕੇ ਭਾਈ, ਇਹ ਸਰੀਰ ਦੇ ਸਵਾਸ ਮੁੱਕਣ
ਇਸ ਦੇ ਵਿੱਚੋਂ ਜੋਤ ਨਿਕਲੇ। ਉਸ ਤੋਂ ਪਹਿਲਾਂ ਪਹਿਲਾਂ ਆਪਣਾ ਆਪ ਸਵਾਰ, ਜੋ ਪਿਛਲਾ ਸ਼ਲੋਕ ਆਖਿਆ ਸੀ ਨਾ ਬਾਬਾ ਫਰੀਦ ਜੀ ਨੇ ਕਿ ਆਪ ਸਵਾਰੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਇਹ ਸਮਝਾ ਰਿਹਾ ਇੱਥੇ, ਕਿਉਂਕਿ ਸਾਡਾ ਜਿਹੜਾ ਸਰੀਰ ਦਾ ਤਾਕਤ ਕਿੰਨੀ ਹੈ, ਕਿਤਨੇ ਸਾਲ ਰਹਿਣਾ ਸੀ ਪਤਾ। ਗੁਰੂ ਨਾਨਕ ਪਾਤਸ਼ਾਹ ਨੇ ਕੋਈ ਗੱਲ ਆਖੀ, ਕਹਿੰਦੇ ਹਮ ਆਦਮੀ ਹਾਂ ਇੱਕ ਦਮੀ। ਲਓ ਜੀ, ਬੰਦਾ ਕਹਿੰਦਾ ਮੈਂ 10 ਸਾਲ ਹੋਰ ਜੀਣਾ, ਮੈਂ ਇਤਨੇ ਸਾਲ ਜੀਣਾ, ਮੈਂ ਇਤਨੇ ਸਾਲ ਜੀਣਾ। ਸਾਡਾ ਬਾਪੂ ਨਾਨਕ ਕਹਿੰਦਾ ਭਾਈ ਮੈਂ ਤੇ ਇੱਕ ਦਮ ਨਾ, ਜਿਹੜਾ ਦਮ ਅੰਦਰ ਗਿਆ ਉਹ ਮੈਂ ਲੈ ਲਿਆ, ਪਤਾ ਨਹੀਂ ਅਗਲਾ ਦਮ ਦੁਬਾਰਾ ਅੰਦਰ ਆਉਣਾ ਕਿ ਨਹੀਂ ਆਉਣਾ ਇਹ ਪਤਾ ਨਹੀਂ। ਸਤਿਗੁਰੂ ਆਖਦੇ ਹਮ ਆਦਮੀ ਹਾਂ ਇੱਕ ਦਮੀ, ਮੁਹੱਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀ ਪ੍ਰਾਣਾ, ਅੰਧੇ ਜੀਵ ਨਾ ਵਿਚਾਰ, ਦੇਖ ਕੇਤੇ ਕੇ ਦਿਨਾ। ਕਿਤਨੇ ਕੁ ਦਿਨ ਰਹਿ ਗਏ ਨੇ, ਕਿਤੇ ਵਿਚਾਰ ਕਰ ਲੈ। ਔਰ ਬੰਦੇ ਦੀ ਹਾਲਤ ਹੈ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਜ਼ਿੰਦਗੀ ਰੂਪੀ ਇਹ ਨਦੀ ਵਗਦੀ ਜਾ ਰਹੀ ਹੈ, ਸਵਾਸ ਵਗਦੇ ਜਾ ਰਹੇ ਨੇ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਭਾਰਤ। ਸਤਿਗੁਰ ਆਖਦੇ ਨੇ ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਨੀ। ਪਰ ਬੰਦਾ ਕਰ ਕੀ ਰਿਹਾ? ਗੁਰੂ ਕਹਿੰਦਾ ਵੀ ਜਾਗ ਲੈ, ਜਨਮ ਪਦਾਰਥ ਨੂੰ ਜਿੱਤ ਲੈ। ਮਹਾਰਾਜ ਕਹਿੰਦੇ ਨੇ ਕਰਤ ਵਿਕਾਰ ਦੋ ਕਰ ਝਾਰਤ। ਇਹ ਵਿਕਾਰ ਕਰ ਕਰ ਮੈਂ ਹੱਥ ਖਾਲੀ ਕਰ ਰਹੇ ਨੇ। ਜਿਸ ਤਰ੍ਹਾਂ ਕਹਿ ਲਵਾਂ ਕਿ ਵਿਕਾਰਾਂ 'ਚ ਐਡਾ ਗਲਤਾਨ ਹੈ ਕਿ ਪਰਮਾਤਮਾ ਦੀ ਭਗਤੀ ਵਾਲੇ ਪਾਸੋਂ ਦੋਵੇਂ ਹੱਥ ਝਾੜ ਲੈਂਦਾ ਹੈ, ਭਗਤੀ ਇਹਦੇ ਪੱਲੇ ਬਿਲਕੁਲ ਹੀ ਨਹੀਂ। ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਤਿਲ ਮਾਤਰ ਵੀ ਇਹ ਧਾਰਨ ਨਹੀਂ ਕਰਦਾ। ਕਰ ਕੀ ਰਿਹਾ ਮਹਾਰਾਜ? ਆਖਣ ਲੱਗੇ ਭਰਨ ਪੋਖਨ ਸੰਗ ਓਦ ਵਿਹਾਨੀ। ਭਰਨ ਢਿੱਡ ਭਰਨ, ਪੋਖਣ ਦਾ ਅਰਥ ਹੈ ਕੱਪੜੇ ਪਾਉਣ ਵਿੱਚ। ਦੋ ਕੰਮ ਬੰਦੇ ਨੇ ਮਿੱਥੇ ਨੇ, ਇੱਕ ਢਿੱਡ ਭਰਨ ਦਾ ਕੰਮ ਤੇ ਦੂਜਾ ਕੱਪੜੇ ਪਾਉਣ ਦਾ, ਸਰੀਰ ਨੂੰ ਕੱਜਣ ਦਾ ਤੇ ਸਰੀਰ ਨੂੰ ਰੱਜਣ ਦਾ। ਬੰਦਾ ਸਰੀਰ ਦੇ ਵਿੱਚ ਕਈ ਵਾਰ ਤਾਂ ਰੋਟੀ ਉਤਨੀ ਜ਼ਿਆਦਾ ਖਾ ਲੈਂਦਾ, ਸਰੀਰ ਉਤਨੀ ਮੰਗ ਨਹੀਂ ਹੁੰਦੀ, ਪਰ ਸਵਾਦ ਲੈ ਲੈ ਕੇ ਖਾਈ ਜਾਂਦਾ। ਇੱਕ ਬੰਦਾ ਨਾ ਕਿਸੇ ਦੇ ਘਰ ਗਿਆ ਤੇ ਉਹ ਬੰਦਾ ਜੋ ਹੈ ਉਸਨੇ ਕਿਹਾ ਮੈਂ ਇੱਕ ਪ੍ਰਸਾਦਾ ਛਕਣਾ। ਉਹ ਪ੍ਰਸਾਦਾ 2 ਰੱਖੇ, ਪਹਿਲਾਂ 2 ਛਕ ਗਿਆ, ਫਿਰ 2 ਹੋਰ ਰੱਖੇ, ਉਹ ਵੀ ਛਕ ਗਿਆ। ਉਹ ਕਹਿੰਦੇ ਇੱਕ ਹੋਰ ਲਿਆਓ। ਉਹ ਕਹਿੰਦਾ ਤੂੰ ਤੇ ਕਿਹਾ ਸੀ ਮੈਂ ਇੱਕ ਪ੍ਰਸਾਦਾ ਛਕਣਾ। ਉਹ ਕਹਿਣ ਲੱਗਾ ਤੁਹਾਡੀ ਸਬਜ਼ੀ ਬੜੀ ਸਵਾਦ ਹੈ। ਬੰਦਾ ਹੱਸ ਕੇ ਅੱਗੋਂ ਕਹਿੰਦਾ ਵੀ ਸਬਜ਼ੀ ਸਵਾਦ ਹੈ ਤੇ ਤੂੰ ਸਬਜ਼ੀ ਛਕਣੀ, ਤੂੰ ਪ੍ਰਸਾਦਾ ਛਕੀ ਜਾ ਰਿਹਾ। ਸਵਾਦ ਸਬਜ਼ੀ ਹੈ, ਛਕ ਪ੍ਰਸਾਦਾ ਰਿਹਾ। ਬੰਦੇ ਦੀ ਹਾਲਤ ਇਹ ਹੈ। ਕਹਿੰਦਾ ਸਬਜ਼ੀ ਬੜੀ ਸਵਾਦ ਬਣੀ। ਵੀ ਸਬਜ਼ੀ ਸਵਾਦ ਬਣੀ ਤੇ ਸਬਜ਼ੀ ਛਕਣਾ, ਤੂੰ ਪ੍ਰਸਾਦਾ ਕਿਉਂ ਛਕੀ ਜਾ ਰਿਹਾ? ਬੰਦਾ ਇੱਕ ਪ੍ਰਸਾਦੇ ਨੂੰ ਕਿਹਾ ਸੀ ਇੱਕੋ ਛਕਾਂਗਾ, ਪ੍ਰਸਾਦੇ 6 ਛਕ ਗਿਆ ਤੇ ਕਹਿੰਦਾ ਕਿ ਸਬਜ਼ੀ ਸਵਾਦ ਹੈ ਤਾਂ ਛਕ ਗਿਆ। ਉਹਨੂੰ ਕੋਈ ਪੁੱਛੇ ਭਲਿਆ ਵੀ ਸਬਜ਼ੀ ਸਵਾਦ ਹੈ, ਤੂੰ ਸਬਜ਼ੀ 2 ਕੱਲੇ ਛਕ ਲੈਣੀ ਸੀ, ਤੂੰ ਤਾਂ ਪ੍ਰਸਾਦੇ ਛਕੀ ਜਾਂਦਾ। ਇਹ ਬੰਦੇ ਦੀ ਹਾਲਤ ਹੈ। ਭਰਨ ਪੋਖਨ ਸੰਗ ਓਦ ਬਿਹਾਨੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਜਗਤ ਦੇ ਈਸ਼ਵਰ ਦੀ ਗਤ ਜਾਣਦਾ ਹੀ ਨਹੀਂ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਤੇਰੀ ਜ਼ਿੰਦਗੀ ਤਾਂ ਬਤੀਤ ਹੁੰਦੀ ਜਾ ਰਹੀ। ਫਿਰ ਅਗਲੇ ਬਚਨ ਬੜੇ ਪਿਆਰੇ ਕੀਤੇ, ਕਹਿਣ ਲੱਗੇ ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ। ਹੇ ਫਰੀਦ, ਮੌਤ ਆਉਣ ਤੇ ਮਹਿਲ ਮਾੜੀਆਂ ਜਾਂਦੀਆਂ ਹਨ। ਤੁਸੀਂ ਦੇਖੋ ਲਾਲ ਕਿਲ੍ਹਾ ਸੁੰਨਾ, ਆ ਕੇ ਵੇਖੋ ਆਗਰੇ ਵਿੱਚ, ਉੱਥੇ ਕੋਈ ਰਹਿੰਦਾ? ਤਾਜ ਮਹਿਲ ਦੇ ਵਿੱਚ ਕੋਈ ਵੀ ਨਹੀਂ। ਮਹਿਲ ਨਿਸਖਣ ਰਹਿ ਗਏ। ਤੁਸੀਂ ਜਾ ਕੇ ਵੇਖੋ ਔਰੰਗਾਬਾਦ, ਔਰੰਗਜ਼ੇਬ ਦੀ ਕਬਰ, ਉੱਥੇ ਕੋਈ ਰਹਿੰਦਾ? ਕੋਈ ਵੀ ਨਹੀਂ। ਇੱਥੇ ਤੱਕ ਵਿਦਵਾਨ ਸੱਜਣ ਕਹਿੰਦੇ ਨੇ ਕਿ ਔਰੰਗਜ਼ੇਬ ਦੀ ਜਿਹੜੀ ਕਬਰ ਹੈ ਨਾ, ਉੱਥੇ ਬੰਦਾ ਰੋਜ਼ ਲੋਕਾਂ ਕੋਲੋਂ ਪੈਸੇ ਮੰਗਦਾ, ਮੰਗ ਕੇ ਪੈਸੇ ਤੇਲ ਖਰੀਦ ਕੇ ਲੈ ਕੇ ਆਉਂਦਾ ਤਾਂ ਦੀਵਾ ਜਲਾਉਂਦਾ। ਉਹਨਾਂ ਕੋਲ ਦੀਵੇ ਜਗਾਉਣ ਦੇ ਵੀ ਪੈਸੇ ਨਹੀਂ ਹਨ। ਪਰ ਦੂਜੇ ਪਾਸੇ ਵੇਖੋ ਜਿਨ੍ਹਾਂ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ, ਗੁਰੂ ਤੇਗ ਬਹਾਦਰ ਮਹਾਰਾਜ,
ਉੱਥੇ ਰੋਜ਼ ਜੋਤਾਂ ਜਗਦੀਆਂ। ਤੁਸੀਂ ਜਾ ਕੇ ਵੇਖੋ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉੱਥੇ ਰੋਜ਼ ਜੋਤਾਂ ਜਗਦੀਆਂ। ਮੇਰਾ ਕਨਸੈਪਟ ਇਹ ਨਹੀਂ ਕਿ ਜੋਤ ਜਗਣੀ ਚਾਹੀਦੀ ਕਿ ਨਹੀਂ ਜਗਣੀ ਚਾਹੀਦੀ, ਪਰ ਉੱਥੇ ਜੈ ਜੈਕਾਰ ਹੋ ਰਹੀ ਹੈ, ਪਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ, ਉੱਥੇ ਜੀਵਨ ਦੀ ਜਾਚ ਸਿੱਖੀ ਜਾ ਰਹੀ ਹੈ। ਪਰ ਜਿਸ ਬਾਦਸ਼ਾਹ ਨੇ ਅਹੰਕਾਰ ਦੇ ਵਿੱਚ ਆ ਕੇ ਇਹ ਸ਼ਹਾਦਤਾਂ ਦਿੱਤੀਆਂ ਗੁਰੂ ਸਾਹਿਬ ਜੀ ਨੂੰ, ਸਾਹਿਬਜ਼ਾਦਿਆਂ ਨੂੰ, ਉਹ ਬਾਦਸ਼ਾਹ ਐਡਾ ਕੰਗਾਲ ਹੈ ਕਿ ਇੱਕ ਦੀਵਾ ਵੀ ਜੇ ਸ਼ਾਮ ਨੂੰ ਕਬਰ ਤੇ ਜਗਾਉਣਾ ਹੋਵੇ ਤੇ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਜਾਂਦੇ ਆ। ਉਹ ਮਹਿਲ ਨਿਸਕਨ ਰਹਿ ਜਾਂਦੇ ਨੇ। ਤੁਸੀਂ ਜਾਓ ਨਾ, ਕਿਉਂਕਿ ਮੈਂ ਇੱਕ ਵਾਰੀ ਆਗਰੇ ਤਾਜ ਮਹਿਲ ਦੇਖਣ ਗਿਆ ਤੇ ਸੱਚੀ ਗੱਲ ਹੈ, ਉਸ ਤਾਜ ਮਹਿਲ ਦੇ ਵਿੱਚ ਜਾ ਕੇ ਕੋਈ ਆਨੰਦ ਨਹੀਂ। ਉੱਥੇ ਕੇਵਲ ਮੌਤ ਦੀਆਂ ਆਵਾਜ਼ਾਂ ਪੈਂਦੀਆਂ। ਉਹ ਕਬਰਗਾਹ ਜਾਪਦਾ, ਤਾਜ ਮਹਿਲ ਵੀ ਕਿਸੇ ਦਾ ਘਰ ਵੀ ਕਬਰਗਾਹ ਜਾਪਦਾ। ਪਰ ਤੁਸੀਂ ਕਿਤੇ ਹਰਿਮੰਦਰ ਸਾਹਿਬ ਜਾ ਕੇ ਵੇਖੋ, ਪਰਿਕਰਮਾ ਦੇ ਵਿੱਚ ਪਹੁੰਚਦੇ ਸਾਰ ਤੁਹਾਡਾ ਮਨ ਖਿੜ ਜਾਂਦਾ ਹੈ। ਆਨੰਦ ਹੀ ਆਨੰਦ, ਖੇੜਾ ਹੀ ਖੇੜਾ, ਖੁਸ਼ੀ ਖੁਸ਼ੀ। ਪਰ ਉੱਥੇ ਜਾ ਕੇ ਕੋਈ ਰਹਿੰਦਾ ਨਹੀਂ। ਤੁਸੀਂ ਜਾਓ ਆਪਣੇ ਦਿੱਲੀ ਦੇ ਅੰਦਰ ਲਾਲ ਕਿਲੇ ਤੇ, ਉੱਥੇ ਕੌਣ ਰਹਿੰਦਾ ਹੈ? ਇਤਨਾ ਵੱਡਾ ਮਹਿਲ, ਨਿਸੱਖਣ, ਕੋਈ ਨਹੀਂ ਰਹਿੰਦਾ ਉਸ ਮਹਿਲ ਦੇ ਅੰਦਰ। ਲੋਕ ਸਿਰਫ ਦੇਖਣ ਜਾਂਦੇ ਨੇ। ਬਾਬਾ ਫਰੀਦ ਜੀ ਕਹਿੰਦੇ, ਦੇਖ ਜਿਸ ਮਹਿਲ ਮਾੜੀਆਂ ਦਾ ਤੂੰ ਹੰਕਾਰ ਕਰਦਾ ਹੈ, ਰੱਬ ਨੂੰ ਚੇਤੇ ਨਹੀਂ ਕਰਦਾ। ਮੇਰੇ ਕੋਲ ਐਡੇ ਵੱਡੇ ਮਕਾਨ, ਮੈਂ ਕਈ ਫਲੋਰਾਂ ਦਾ ਮਾਲਕ ਹਾਂ, ਮੈਂ ਕਈ ਮਕਾਨਾਂ ਦਾ ਮਾਲਕ ਹਾਂ। ਬਾਬਾ ਫਰੀਦ ਜੀ ਕਹਿੰਦੇ, ਦੇਖ ਫਰੀਦ ਦਾ ਮਹਿਲ ਨਿਸੱਖਣ ਰਹਿ ਗਏ। ਮੌਤ ਆਉਣ ਤੇ ਉਹ ਵੀ ਮਹਿਲ ਸਖਣੇ ਰਹਿ ਗਏ ਜਿਨ੍ਹਾਂ ਦੇ ਉੱਤੇ ਉਹ ਰਾਜੇ ਮਹਾਰਾਜੇ ਮਾਣ ਕਰਦੇ ਸਨ। ਵਾਸਾ ਆਇਆ ਤਲ, ਧਰਤੀ ਦੇ ਹੇਠ ਕਬਰਾਂ ਵਿੱਚ ਤੇਰਾ ਡੇਰਾ ਤੈਨੂੰ ਲਾਉਣਾ ਪੈਂਦਾ ਹੈ। ਦੇਖੋ ਕਮਾਲ ਦੀ ਗੱਲ, ਜਿਉਂਦਿਆਂ ਜੀ ਇਹ ਮਿੱਟੀ ਪੈਰਾਂ ਦੇ ਥੱਲੇ ਰਹਿੰਦੀ ਹੈ, ਜੀਵਨਦਿਆਂ ਪੈਰਾਂ ਥੱਲੇ ਮੂੰਹਾਂ ਉੱਪਰ ਹੋਏ। ਸਤਿਗੁਰ ਕਹਿੰਦੇ ਜਿਉਂਦੇ ਜੀ ਇਹ ਪੈਰਾਂ ਥੱਲੇ ਰਹਿੰਦੀ ਹੈ, ਜਦੋਂ ਮਰ ਜਾਂਦਾ ਤੇ ਇਹ ਮਿੱਟੀ ਉੱਪਰ ਆ ਜਾਂਦੀ ਹੈ। ਕਈ ਵਾਰੀ ਬੰਦਾ ਕਹਿੰਦਾ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗਦੇ। ਉਹ ਪਿਆਰੇ, ਇੱਕ ਦਿਨ ਐਸਾ ਹੋਵੇਗਾ ਜ਼ਮੀਨ ਤੇ ਉੱਤੇ ਤੇਰਾ ਸਰੀਰ ਵੀ ਨਹੀਂ ਆਉਣਾ। ਤੂੰ ਅੱਜ ਤੇ ਹੰਕਾਰ 'ਚ ਕਹਿ ਰਿਹਾ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਅੱਜ ਮੇਰੇ ਕੋਲ ਇਤਨੀ ਧਨ ਦੌਲਤ ਪਦਾਰਥ ਨੇ, ਪਰ ਇੱਕ ਦਿਨ ਐਸਾ ਵੀ ਹੋਣਾ ਕਿ ਜ਼ਮੀਨ ਦੇ ਥੱਲੇ ਤੇਰੇ ਵਿੱਚ ਤਾਕਤ ਨਹੀਂ ਹੋਏਗੀ। ਇਸ ਕਰਕੇ ਗੁਰੂ ਸਾਹਿਬ ਜੀ, ਬਾਬਾ ਫਰੀਦ ਜੀ ਆਖ ਰਹੇ ਨੇ ਕਿ ਇੱਕ ਦਿਨ ਆਉਣ ਤੇ ਜਿਹੜੇ ਘਰ ਵਿੱਚ, ਜਿਹੜੇ ਪੱਕੇ ਘਰ ਵਿੱਚ ਤੂੰ ਰਹਿੰਦਾ, ਉਹ ਬਿਲਕੁਲ ਖਾਲੀ ਰਹਿ ਜਾਣਗੇ, ਸੁੰਝੇ ਰਹਿ ਜਾਣਗੇ। ਉਸ ਨੂੰ ਮਹਾਰਾਜ ਕਹਿੰਦੇ ਜੋ ਸੁੰਝੇ ਘਰ ਕਾਉ, ਜਿਵੇਂ ਸੁੰਝੇ ਘਰ ਦੇ ਵਿੱਚ ਕਾਂ ਬੋਲਦੇ ਨਾ, ਉਹ ਸੁੰਝੇ ਘਰ ਹੋ ਜਾਣਗੇ ਜਿਸ ਦਿਨ ਸੱਦਾ ਆ ਜਾਣਾ। ਤੇ ਫਿਰ ਕਹਿਣ ਲੱਗੇ, ਕਹਿੰਦੇ ਤੇਰਾ ਜੋ ਵਾਸਾ ਹੈ ਉਹ ਕਬਰ ਵਿੱਚ ਹੋਏਗਾ, ਡੇਰਾ ਤੇਰਾ। ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਆਖਣ ਲੱਗੇ ਬਾਬਾ ਫਰੀਦ ਜੀ, ਉਹਨਾਂ ਕਬਰਾਂ ਵਿੱਚ ਜਿਨ੍ਹਾਂ ਤੋਂ ਨਫ਼ਰਤ ਕਰੀ ਦੀ ਸੀ, ਨਿਮਾਣੀਆਂ ਕਹਿੰਦਾ ਸੀ, ਕਿਉਂਕਿ ਕਬਰਾਂ ਤੋਂ ਬੰਦਾ ਨਫ਼ਰਤ ਕਰਦਾ ਸੀ। ਇਸ ਕਰਕੇ ਤੁਸੀਂ ਵੇਖੋ ਜਿਤਨੇ ਵੀ ਕਬਰਗਾਹ ਬਣੇ ਨੇ ਦੁਨੀਆ ਵਿੱਚ, ਸ਼ਮਸ਼ਾਨ ਘਾਟ ਨੇ ਪੁਰਾਤਨ ਸਮੇਂ ਵਿੱਚ, ਉਹ ਸਾਰੇ ਨਗਰਾਂ ਤੋਂ ਦੂਰ ਬਣੇ ਸਨ। ਇਹ ਗੱਲ ਵੱਖਰੀ, ਅੱਜ ਕੱਲ੍ਹ ਨਗਰਾਂ 'ਚ ਆ ਗਏ ਨੇ, ਪਰ ਪੁਰਾਤਨ ਸਮੇਂ ਵਿੱਚ ਉਹ ਸ਼ਮਸ਼ਾਨ ਘਾਟ ਵਸੋਂ ਤੋਂ ਹਟ ਕੇ ਬਣਾਏ ਗਏ ਸਨ, ਦੂਰ ਜਾ ਕੇ। ਕਿਉਂਕਿ ਬੰਦਾ ਕਬਰਿਸਤਾਨ ਨੂੰ ਦੇਖਦਾ ਸੀ ਤੇ ਉਸ ਨੂੰ ਨਫ਼ਰਤ ਆਉਂਦੀ ਸੀ, ਕਿਉਂਕਿ ਡਰ ਲੱਗਦਾ ਸੀ ਉੱਥੋਂ ਵੀ ਇੱਕ ਦਿਨ ਮੈਂ ਵੀ ਇੱਥੇ ਆਉਣਾ। ਇਸ ਕਰਕੇ ਜਿਹੜੀ ਚੀਜ਼ ਤੋਂ ਡਰ ਲੱਗਦਾ ਉਹਦੇ ਨਾਲ ਇਹ ਨਫ਼ਰਤ ਕਰਦਾ। ਬਾਬਾ ਫਰੀਦ ਜੀ ਕਹਿੰਦੇ ਗੋਰਾ ਸੇ ਨਿਮਾਣੀਆਂ, ਗੋਰਾ ਦਾ ਅਰਥ ਹੈ ਕਬਰਾਂ। ਕਹਿੰਦੇ ਨਿਮਾਣੀ ਸਨ ਰੂਹਾਂ ਮਲ, ਰੂਹਾਂ ਸਦਾ ਲਈ ਜਾ ਕੇ ਬੈਠ ਜਾਣਗੀਆਂ ਜਿਨ੍ਹਾਂ ਤੋਂ ਤੂੰ ਨਫ਼ਰਤ ਕਰਦਾ ਸੀ। ਕਿਉਂਕਿ ਸਰੀਰ ਤਾਂ ਤੇਰਾ ਕਬਰਾਂ ਵਿੱਚ ਹੋਏਗਾ, ਕਹਿੰਦੇ ਤੇਰੀ ਰੂਹ ਵੀ, ਕਿਉਂਕਿ ਮੁਸਲਮਾਨ ਵੀਰ ਜਿਹੜੇ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਜਦੋਂ ਮਨੁੱਖ ਮਰਦਾ ਹੈ, ਮਰਨ ਤੋਂ ਬਾਅਦ ਉਸਨੂੰ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਦਫਨਾਇਆ ਜਾਂਦਾ ਹੈ ਤੇ ਉਸਦੀ ਰੂਹ ਜਿਹੜੀ ਹੈ ਉਹ ਕਬਰ 'ਚ ਰਹਿੰਦੀ ਹੈ। ਤੇ ਜਿਸ ਦਿਨ ਉਹ ਦਿਨ ਆਉਂਦਾ ਜਿਸ ਦਿਨ ਕਿ ਲੇਖਾ ਜੋਖਾ ਹੋਣਾ, ਕਿਆਮਤ ਦਾ ਦਿਨ ਕਹਿੰਦੇ ਮੁਸਲਮਾਨ ਵੀਰ ਵੀ, ਕਿਆਮਤ ਦਾ ਦਿਨ ਆਏਗਾ। ਉਸ ਦਿਨ ਸਾਰੀ ਰੂਹਾਂ ਕੋਲੋਂ ਮੁਹੰਮਦ ਸਾਹਿਬ ਜਿਹੜੇ ਉਹ ਲੇਖਾ ਜੋਖਾ ਕਰਨਗੇ, ਤੇ ਜਿਹੜੀਆਂ ਰੂਹਾਂ ਲੇਖੇ ਜੋਖੇ ਵਿੱਚ ਕਬੂਲ ਹੋਣਗੀਆਂ ਉਹਨਾਂ ਨੂੰ ਫਿਰ ਸਵਰਗ ਮਿਲੇਗਾ, ਤੇ ਜਿਹੜੀਆਂ ਉੱਥੇ ਕਬੂਲ ਨਹੀਂ ਹੋਣਗੀਆਂ ਉਹ ਦੋਜ਼ਖ ਦੀ ਅੱਗ 'ਚ ਸੜਨਗੀਆਂ। ਇਸ ਤਰ੍ਹਾਂ ਦਾ ਮੰਨਣਾ ਹੈ ਉਹਨਾਂ ਦਾ।
ਤੇ ਬਾਬਾ ਫਰੀਦ ਜੀ ਆਖਣ ਲੱਗੇ ਇਹ ਜਿਹੜੀ ਰੂਹ ਹੈ ਇਹ ਸਦਾ ਲਈ ਉੱਥੇ ਕਬਰ ਵਿੱਚ ਡੇਰਾ ਬਣਾ ਕੇ ਬਹਿ ਜਾਏਗੀ, ਕਿਉਂਕਿ ਪਤਾ ਨਹੀਂ ਕਿਆਮਤ ਦਾ ਦਿਨ ਕਦੀ ਆਉਣਾ ਕਿ ਨਹੀਂ ਆਉਣਾ, ਕਦੋਂ ਆਉਣਾ। ਕੋਈ ਪੱਕਾ ਤੇ ਲਿਖਿਆ ਨਹੀਂ ਕਿਸੇ ਗ੍ਰੰਥ ਵਿੱਚ ਕਿ ਫਲਾਣੇ ਦਿਨ ਕਿਆਮਤ ਦਾ ਦਿਨ ਆਉਣਾ। ਮੁਹੰਮਦ ਸਾਹਿਬ ਨੇ ਸਾਰਿਆਂ ਨੂੰ ਉਠਾ ਕੇ ਲੇਖਾ ਕਰਨਾ, ਕੋਈ ਪੱਕੀ ਡੇਟ ਤਾਂ ਅਜੇ ਤੱਕ ਆਈ ਨਹੀਂ। ਜਦੋਂ ਤੱਕ ਦਾ ਇਤਿਹਾਸ ਮੁਹੰਮਦ ਸਾਹਿਬ ਦਾ ਅਜੇ ਤੱਕ ਦਾ, ਤੇ ਕਿਤੇ ਮੁਸਲਮਾਨਾਂ ਦੀ ਹਿਸਟਰੀ ਵਿੱਚ ਨੇ ਤੇ ਕਿਤੇ ਉਹਨਾਂ ਦਾ ਕਿਆਮਤ ਦਾ ਦਿਨ ਫਲਾਣੇ ਦਿਨ ਆਇਆ ਸੀ, ਉਸ ਦਿਨ ਕਿਆਮਤ ਦਾ ਦਿਨ ਸੀ, ਤੇ ਉਹਨਾਂ ਜਿਹੜੀ ਕਬਰ ਦੇ ਚੋਂ ਮੁੜਦੇ ਉਠਾ ਕੇ ਉਹਨਾਂ ਕੋਲੋਂ ਪੁੱਛਿਆ ਗਿਆ ਹੋਵੇ। ਖੈਰ ਉਹਨਾਂ ਦੇ ਆਪਣੇ ਧਰਮ ਦੀ ਬਾਬਾ ਫਰੀਦ ਜੀ ਕਹਿ ਰਹੇ ਨੇ, ਕਹਿੰਦੇ ਚੱਲਣ ਅੱਜ ਆਈ ਸੇਖਾਂ ਬੰਦ ਕੀ, ਚੱਲਣ ਅੱਜ ਕੇ ਕੱਲ। ਆਖਣ ਲੱਗੇ ਹੇ ਸੇਖ ਫਰੀਦ ਰੱਬ ਦੀ ਬੰਦਗੀ ਕਰ। ਆਖੀ, ਆਖੀ ਦਾ ਅਰਥ ਹੈ ਕਹੀਂ ਪਰਮਾਤਮਾ ਦੀ ਬੰਦਗੀ ਕਰੀ, ਪਰਮੇਸ਼ਰ ਦੀ ਬੰਦਗੀ ਕਰ ਹੇ ਸੇਖ ਹੇ ਫਰੀਦ। ਕਿਉਂ? ਚੱਲਣ ਅੱਜ ਕੇ ਕੱਲ, ਇਹਨਾਂ ਮਹਿਲ ਮਾੜੀਆਂ ਤੋਂ ਅੱਜ ਜਾਂ ਭਲਕੇ ਕੂਚ ਕਰਨਾ ਪਵੇਗਾ, ਜਾਂ ਤਾਂ ਅੱਜ ਵੀ ਆ ਸਕਦਾ ਹੈ। ਅਗਲਾ ਸਵਾਸ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਇਹ ਵੀ ਨਹੀਂ ਪਤਾ। ਕੱਲ ਦਾ ਦਿਨ ਦੇਖਣਾ ਕਿ ਨਹੀਂ ਦੇਖਣਾ, ਇਹ ਵੀ ਨਹੀਂ ਪਤਾ। ਅਗਲੇ ਹਫ਼ਤਾ ਰਹਿਣਾ ਕਿ ਨਹੀਂ ਰਹਿਣਾ, ਇਹ ਵੀ ਨਹੀਂ ਪਤਾ। ਅਗਲੇ ਮਹੀਨੇ ਰਵਾਂਗੇ ਕਿ ਨਹੀਂ ਰਵਾਂਗੇ, ਇਹ ਵੀ ਨਹੀਂ ਪਤਾ। ਅਗਲਾ ਸਾਲ ਆਉਣਾ ਕਿ ਨਹੀਂ ਆਉਣਾ, ਇਹ ਵੀ ਨਹੀਂ ਪਤਾ। ਇਹ ਕੋਈ ਗਾਰੰਟੀ ਨਾਲ ਨਹੀਂ ਕਰ ਸਕਦਾ। ਭਾਵੇਂ ਪਰਮਾਤਮਾ ਸਾਨੂੰ ਸਵਾਸ ਦੇ ਦੇਵੇ, ਕਈ ਸਾਲ ਵੀ ਸਾਨੂੰ ਦਿਖਾ ਸਕਦਾ ਹੈ, ਪਰ ਅਗਲੇ ਸਵਾਸ ਦਾ ਵੀ ਕੋਈ ਵਿਸ਼ਵਾਸ ਨਹੀਂ ਹੈ ਕਿ ਅਗਲਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ, ਕਦੋਂ ਪਰਮਾਤਮਾ ਵੱਲੋਂ ਸੱਦਾ ਆ ਜਾਣਾ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਤੂੰ ਬੰਦਗੀ ਕਰ, ਕਿਉਂਕਿ ਇੱਕ ਦਿਨ ਚੱਲਣ ਅੱਜ ਕੇ ਕੱਲ, ਇਹਨਾਂ ਮਹਿਲ ਮਾੜੀਆਂ ਵਿੱਚ ਵਸਣ ਵਾਲਿਆ ਅੱਜ ਨਹੀਂ ਤਾਂ ਭਲਕੇ ਇੱਥੋਂ ਕੂਚ ਕਰਨਾ ਪੈਣਾ ਹੈ। ਇਸ ਕਰਕੇ ਇੱਥੇ ਬੰਦਗੀ ਕਰਕੇ ਜਾ, ਰੱਬ ਦਾ ਨਾਮ ਜਪ ਕੇ ਜਾ, ਕਿਉਂਕਿ ਇੱਕ ਦਿਨ ਸਰੀਰ ਨੇ ਜ਼ਰੂਰ ਵਿੰਸਣਾ ਹੈ, ਸਰੀਰ ਨੇ ਜ਼ਰੂਰ ਨਾਸ ਹੋਣਾ ਹੈ। ਇਸ ਕਰਕੇ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ। ਇਸ ਕਰਕੇ ਇਹ ਨਾਮ ਮੌਤ ਸਮਾਂ ਦੇਖਦੀ ਵੀ ਬੱਚਾ 1 ਸਾਲ ਦਾ ਹੈ, 1.5 ਦਾ ਹੈ, 2 ਦਾ ਹੈ, 5 ਦਾ, 10 ਦਾ, 20 ਸਾਲਾਂ ਦਾ, 30 ਦਾ, 50 ਦਾ, ਕੁਛ ਨਹੀਂ ਦੇਖਦੇ। ਕੋਈ ਫਿਕਸ ਵੀ ਅਸੀਂ 50-60 ਸਾਲ ਹੀ ਜੀ ਕੇ ਜਾਣਾ ਇੱਥੋਂ, ਇਹ ਪਰਮਾਤਮਾ ਨੇ ਕੰਮ ਫਿਕਸ ਨਹੀਂ ਕੀਤਾ। ਬਾਕੀ ਸਾਰੀਆਂ ਚੀਜ਼ਾਂ ਫਿਕਸ ਨੇ। ਤੁਸੀਂ ਵੇਖੋ ਸੰਸਾਰ ਦੇ ਵਿੱਚ ਧਿਆਨ ਮਾਰਿਓ, ਬੱਚੇ ਨੇ ਕਿਤਨੇ ਸਾਲ ਦਾ ਸਕੂਲ ਬੈਠਣਾ ਇਹ ਫਿਕਸ ਹੈ, ਕਿਤਨੇ ਸਾਲ ਬੰਦੇ ਨੇ ਨੌਕਰੀ ਕਰਨੀ ਹੈ ਉਹ ਫਿਕਸ ਹੈ ਵੀ 60 ਸਾਲ ਹੀ ਕਰ ਸਕੇਗਾ, ਉਸ ਤੋਂ ਬਾਅਦ ਰਿਟਾਇਰਮੈਂਟ ਲੈਣੀ ਪੈਣੀ। ਪਰ ਮਰਨ ਦੀ ਰਿਟਾਇਰਮੈਂਟ ਦਾ ਕੋਈ ਪਤਾ ਨਹੀਂ, ਪਤਾ ਨਹੀਂ ਜੰਮਦੇ ਰਿਟਾਇਰਮੈਂਟ ਹੋ ਜਾਏ, ਪਤਾ ਨਹੀਂ ਕਿਤਨੇ ਸਾਲ ਬਾਅਦ ਹੋ ਜਾਏ, ਕਿਉਂਕਿ ਮੌਤ ਦਾ ਤਾਂ ਕੋਈ ਪਤਾ ਨਹੀਂ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਪਤਾ ਨਹੀਂ ਅੱਜ ਜਾਂ ਕੱਲ, ਕਿਉਂਕਿ 100 ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸਤਵੰਤਾ ਕਹੋ ਕਹੂ ਹੈ ਕਾਕਾ। ਵੀ ਕੋਈ ਕਿਸੇ ਦਾ ਨਹੀਂ ਹੈ, ਉਹ ਦਿਨ ਤੇਰਾ ਵੀ ਆਉਣ ਵਾਲਾ। ਇਸ ਕਰਕੇ ਕਿਉਂਕਿ ਉਸਦਾ ਪਤਾ ਨਹੀਂ ਹੈ ਕਿ ਮੌਤ ਆਉਣੀ ਕਦੋਂ ਹੈ, ਨਾ ਕੋਈ ਮਹੀਨਾ ਪਤਾ, ਨਾ ਕੋਈ ਵਾਰ ਪਤਾ, ਨਾ ਕੋਈ ਸਾਲ ਪਤਾ। ਕਈ ਬੰਦੇ ਦੇਖੋ ਸੰਸਾਰ 'ਚ ਦੇਖੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਸਾਨੂੰ ਪਤਾ ਹੁੰਦਾ ਨਾ ਵੀ ਇਤਨੀ ਛੇਤੀ ਸਾਡੇ ਵੱਡਿਆਂ ਨੇ ਚਲੇ ਜਾਣਾ ਤੇ ਅਸੀਂ ਇਹ ਸੇਵਾ ਕਰਨੀ ਸੀ, ਅਸੀਂ ਇਹ ਸੇਵਾ ਕਰ ਲੈਣੀ ਸੀ, ਇਹ ਸੁੱਖ ਦੇ ਦੇਣਾ ਸੀ, ਪਰ ਇਹ ਸਾਨੂੰ ਪਤਾ ਨਹੀਂ ਸੀ ਵੀ ਛੇਤੀ ਚਲੇ ਜਾਣਗੇ। ਬਹੁਤ ਲੋਕ ਇਸ ਤਰ੍ਹਾਂ ਕਹਿੰਦੇ ਨੇ, ਕਿਉਂਕਿ ਬਹੁਤ ਵਾਸਤਾ ਜੀਵਨ ਵਿੱਚ ਦੱਸਦਾ ਪਿਆ ਇਸ ਤਰ੍ਹਾਂ ਲੋਕਾਂ ਦੇ ਨਾਲ। ਉਹ ਕਹਿੰਦੇ ਨੇ ਅਸੀਂ ਇਹ ਬਾਪੂ ਦੀ ਸੇਵਾ ਨਹੀਂ ਕਰੀ, ਮਾਂ ਦੀ ਇਹ ਸੇਵਾ ਨਹੀਂ ਕਰ ਸਕੇ, ਇਹ ਨਹੀਂ ਕਰ ਸਕੇ, ਸਾਨੂੰ ਛੇਤੀ ਸਾਡਾ ਸਾਥ ਛੱਡ ਕੇ ਚਲੇ ਜਾਣਾ, ਕਿਉਂਕਿ ਇਹ ਫਿਕਸ ਨਹੀਂ ਹੈ। ਅੱਜ ਨਹੀਂ ਤੇ ਕੱਲ ਜਾਣਾ ਤੇ ਪੈਣਾ ਹੀ। ਇਸ ਕਰਕੇ ਬਾਬਾ ਫਰੀਦ ਜੀ ਇੱਥੇ ਸਮਝਾ ਰਹੇ ਨੇ ਕਿ ਆਮ ਮੁਸਲਮਾਨੀ ਖਿਆਲ ਅਨੁਸਾਰ ਰੂਹ ਦਾ ਕਬਰ ਵਿੱਚ ਜਾ ਕੇ ਬੈਠਣਾ ਆਖਿਆ ਜਾਂਦਾ ਹੈ। ਉਹ ਇਹ ਕਿ ਸਰੀਰਾਂ ਨੇ ਆਖਿਰ ਮਿੱਟੀ ਵਿੱਚ ਮਿਲ ਜਾਣਾ ਹੈ ਤੇ ਲੇਖਾ ਰੂਹ ਕੋਲੋਂ ਹੋਣਾ ਹੈ, ਕਿਉਂਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲਾਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਇਹ ਤਨ ਨੇ ਖਾਕ ਹੋ ਜਾਣਾ,
ਮਿੱਟੀ 'ਚ ਮਿਲ ਜਾਣਾ। ਨਿਮਾਣੀ ਗੌਰ ਕਰੇ ਤੇ ਨਿਮਾਣੀ ਕਬਰ ਦੇ ਵਿੱਚ ਜਾ ਕੇ ਪੈ ਜਾਣਾ। ਤੇ ਜੇ ਕਬਰ ਵਿੱਚ ਆਖਿਰ ਚਲੇ ਹੀ ਜਾਣਾ ਹੈ, ਆਓ ਕਿ ਜੇ ਸਰੀਰ ਰੂਪੀ ਭਾਂਡੇ ਨੇ ਇੱਕ ਦਿਨ ਟੁੱਟ ਹੀ ਜਾਣਾ, ਮਿੱਟੀ ਵਿੱਚ ਮਿਲ ਹੀ ਜਾਣਾ, ਤੇ ਉਸ ਤੋਂ ਪਹਿਲਾਂ ਬਾਬਾ ਫਰੀਦ ਜੀ ਇਹ ਇੱਥੇ ਸਮਝਾਉਣਾ ਚਾਹੁੰਦੇ ਨੇ ਕਿ ਆਪਣੇ ਆਪ ਨੂੰ ਸਵਾਰ ਲੈ। ਜਿਹੜੀ ਤੈਨੂੰ ਚਿੰਤਾ ਪਈ ਹੈ ਕਿ ਲੋਕਾਂ ਆਪੋ ਆਪਣੀ, ਮੈਂ ਆਪ ਨਹੀਂ ਪਈ, ਲੋਕਾਂ ਨੂੰ ਘਰ-ਬਾਰ ਸਾਂਭਣ ਦੀ, ਪਦਾਰਥ ਇਕੱਠੇ ਕਰਨ ਦੀ, ਸਰੀਰ ਨੂੰ ਬਚਾਉਣ ਦੀ ਪਈ ਹੋਈ ਹੈ, ਤੇ ਮੈਨੂੰ ਇਹ ਪਰਵਾਹ ਕਿ ਇਹ ਸਰੀਰ ਹੋਵੇ ਉਸ ਤੋਂ ਪਹਿਲਾਂ ਮੇਰੀ ਜੋਤ ਪਰਮਾਤਮਾ ਵਿੱਚ ਮਿਲੇ। ਬਾਬਾ ਫਰੀਦ ਜੀ ਸਮਝਾਉਣਾ ਚਾਹੁੰਦੇ ਨੇ ਇੱਥੇ, ਇਸ ਕਰਕੇ ਤੂੰ ਬੰਦਗੀ ਕਰ, ਆਪਣੇ ਆਪ ਨੂੰ ਸਵਾਰ। ਉਸ ਤੋਂ ਪਹਿਲਾਂ ਤੇਰਾ ਇਹ ਮਨ ਅੱਲਾਹ ਤਾਲਾ ਦੇ ਚਰਨਾਂ 'ਚ ਲੀਨ ਹੋ ਜਾਏ, ਤੇਰੀ ਜਿੰਦ ਉਸ ਅੱਲਾਹ ਤਾਲਾ ਦੇ ਪਰਮ ਧਾਮ 'ਚ ਪਹੁੰਚ ਜਾਏ, ਰੱਬ ਦੇ ਘਰ ਵਿੱਚ ਪਹੁੰਚ ਜਾਏ। ਇਸ ਕਰਕੇ ਤੂੰ ਬੰਦਗੀ ਕਰ ਲੈ, ਕਿਉਂਕਿ ਇਸ ਦਾ ਕੋਈ ਭਰੋਸਾ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਵਿਚਾਰ ਸਾਨੂੰ ਬਖਸ਼ੇ ਸਾਰਿਆਂ ਨੂੰ ਕਿ ਬਾਲ, ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਵਿਰਥਾ ਸਭ ਹੀ ਮਾਨ। ਜੇ ਭਜਨ ਨਹੀਂ ਹੈ ਤੇ ਸਾਰੀ ਉਮਰ ਹੀ ਵਿਅਰਥ ਹੈ, ਕਿਉਂਕਿ ਪਤਾ ਕੋਈ ਨਹੀਂ ਨਾ ਕਿਸ ਉਮਰ 'ਚ ਮੌਤ ਹੋਣੀ ਹੈ। ਔਰ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਇਸ ਤਰ੍ਹਾਂ ਹੀ ਬਤੀਤ ਹੁੰਦੀ ਜਾ ਰਹੀ। 12 वर्ष बालपन बीते, 20 वर्ष का तपना कियो, 30 वर्ष का देव ना पूजा, फिर पछताना मृत पयो, मेरी करते जन्म गयो। मेरी करਦਿਆਂ ਸਾਰਾ ਜਨਮ ਬਤੀਤ ਹੋ ਜਾਂਦਾ ਹੈ। ਜਿਸ ਕੰਮ ਨੂੰ ਕਰਨ ਵਾਸਤੇ ਸੰਸਾਰ ਮਿਲਿਆ ਸੀ ਉਹ ਕੰਮ ਨਹੀਂ ਕਰ ਪਾਉਂਦੇ। ਬਾਬਾ ਫਰੀਦ ਜੀ ਸਾਨੂੰ ਇਹ ਪ੍ਰੇਰਨਾ ਕਰ ਰਹੇ ਨੇ, ਭਾਈ ਜਿਹੜੇ ਕੰਮ ਨੂੰ ਅਸੀਂ ਸਾਰੇ ਕਰਨ ਵਾਸਤੇ ਆਏ ਹਾਂ ਉਹ ਕੰਮ ਕਰਕੇ ਮਾਲਕ ਦੀਆਂ ਅਸੀਸਾਂ, ਮਾਲਕ ਦੀਆਂ ਰਹਿਮਤਾਂ ਦੇ ਪਾਤਰ ਬਣੀਏ, ਫਿਰ ਹੋ ਜਾਣਗੇ ਇਹ ਲੋਕ ਸੁਖੀਏ, ਪਰ ਲੋਕ ਸਵੇਲੇ ਨਾਨਕ ਹਰ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ। ਇਤਨੇ ਬਚਨ ਪ੍ਰਵਾਨ। ਗੁਰੂ ਸਾਹਿਬ ਕਿਰਪਾ ਕਰਨ ਕਿ ਆਪਣਾ ਮਿਹਰ ਦਾ ਬਖਸ਼ਿਸ਼ ਦਾ ਰੱਖੇ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਗੁਰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗਿਆਨ ਧਾਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। हाथ दे राखे अपने को, सास सास प्रतिपाले। औखी घड़ी ना देखण देई, अपना बिरद संभाले। हाथ दे राखे अपने को, सास सास प्रतिपाले। प्रभ स्यों लाग रहो मेरा चीत, आद अंत प्रभ सदा सहाई। धन हमारा मीत राहो, मन बिलास भय साहिब के, अचरज देख बड़ाई। हर सिमर सिमर आनंद कर नानक, प्रभ पूर्ण पैज रखाई। मन बिलास भय साहिब के, अचरज देख बड़ाई। हर सिमर सिमर आनंद कर नानक, प्रभ पूर्ण पैज रखाई। वाहिगुरू जी का खालसा, वाहिगुरू जी की फतेह। सतनाम श्री वाहिगुरू जी। सोहेला राग गुरदीप की महला पहला। एक ओंकार सतगुर प्रसाद। जय कर कीरता खे करते का हुए विचारो, तित कर गावो सोहिला सिवरियो सिरजनहारो। तुम गावो मिंदर पहु का सोहिला, हो बारिश सोहले सदा सुख होए रहाओ। नित नित जियाड़े संभालन देखेगा देवनहार, तेरे दाने कीमत ना पवै। तिस दाते कवन सुमार समझ साल, क्या मिलकर पावो तेल देव सजन असी सड़ियाँ। जो होवै साहिब सो मेल, कर कर एहो पहुँचा सदरे नित पवन। सदन हारा सिमरिय नानक, से दे आवन रागासा महला पहला। छे कर छे गुर छे उपदेश, गुर गुर एको बेस अनेक। बाबा जय कर करते कीरत होए, सो कर राख बिड़ाई तोय रहाओ। विस विच असियां घड़ियां पैरां थती वारी महा होआ। सूरज एको रुत अनेक, नानक करते के कीते वेस।
राग तनासरी महला पहला। गगन में थाल दबचन दीपक बने, तारका मंडल जनक मोती, तो बने आलो पवन चबरो करे, बन राय फुलंत ज्योति। कैसी आरती हुए बहुकर्णा तेरी, आरती नता शब्द बाजन पहरी रहाओ। सहस तब नैन नैन है तो एको, सहस मरुत नायक तो ही, सहस पद में वंदन एक पद गंध बिन, सहस तब गंध एव चलत मोही। सब में जो जो आनंद सब में चानन होए, गुर साखी जोत प्रगट होए, ज्योत भाव सुआरती होए। हर चरण कौन मकरन लोहित मनोन दिनों मोह आए, प्यासा कृपा जल दे नानक सारंग को, होए जाते तरनाए बासा। राग घोड़ी पूरी महला चौथा। काम क्रोध नगर पह परया, मिल साधु खंडल खंडा है, पूर्व लिखत लिखे गुर पाया। मन हल्दी मंडल मंडा है, कर साधु अंजलि पन बड्डा है, कर दंडोत पन बड्डा है रहाओ। साकत हर साध न जाने तिन अंतर हूँ मैं कंडा है, जो जो चला चुवे दुख पावे, जम काल सहज से डंडा है। हर जन हर हर नाम समाने, दुख जन्म मरण बहु खंडा है। अविनाशी प्रग पाया परमेश्वर, बहु सौ खंड ब्रह्मंडा है। हम गरीब मस्कीन प्रभ तेरे, हर राख राख बड़ बड्डा है। जन नानक नाम धार टेक है, नामे ही सुख मंडा है। राग घोड़ी पूरी महला पंजवा। करो बेनंती सुनो मेरे मिता, सन टहल की वेला। इहाँ खाड़ चलो हर लाहा, गै वसन सवेला। उत्कटै धन सरै नारे, मन गुर मिलका सवारे रहाओ। एह संसार विकार संशय में, तरियो ब्रह्म ज्ञानी जिसै जगाए प्यावै। एह रस अकद कथा तिन जानी, जाको वाय सोई विहाजो। हर गुण ते मनै बसेरा, निज कर महल पाओ सुख सहजे। बहुर न होए गो फेरा, अंतर जामी पुरख विराते। श्रद्धा मन की पूरे, नानक दास है सुख मांगै। मुख कर संतन की तूरे, अंतर जामी पुरख विधाते। श्रद्धा मन की पूरे, नानक दास यह सुख मांगै। मुख कर संतन की तूरे। वाहिगुरु जी का खालसा, वाहिगुरु जी की फतेह। तो